Hello everyone, welcome back to Suksham ma'am ki classes. I hope you all are doing great and preparing well for your term second examination. ਤੁਸੀਂ ਵੇਖ ਸਕਦੇ ਹੋ ਅੱਜ ਅਸੀਂ ਸੋਲਵ ਕਰਾਂਗੇ ਸੁਖਸ਼ਮ ਮੈਮ ਕੇ ਗੈਸਟ ਪੇਪਰਸ ਇੰਗਲਿਸ਼ ਦਾ ਗੈਸਟ ਪੇਪਰ ਨੰਬਰ 1 ਹੈ ਇਹਨੂੰ ਅਸੀਂ ਸਮਝ ਕੇ ਸੋਲਵ ਕਰਾਂਗੇ ਐਂਡ ਲੈਟਸ ਸੀ ਕਿੰਨਾਂ ਨੂੰ ਆਨਸਰਸ ਪਹਿਲੇ ਹੀ ਆਂਦੇ ਸਨ ਹੁਣ ਤੁਸੀਂ ਵੇਖ ਸਕਦੇ ਹੋ ਸੈਕਸ਼ਨ A ਹੈ ਰੀਡਿੰਗ ਸਕਿੱਲ ਇਹਦੇ ਵਿੱਚ ਇੱਕ ਪੈਸੇਜ ਦਿੱਤਾ ਹੋਇਆ ਹੈ ਜਿਹਦੇ ਤੋਂ ਬਾਅਦ ਕੁਐਸਚਨਸ ਪੁੱਛੇ ਜਾਣਗੇ ਇਹ ਪੈਸੇਜ ਤੁਸੀਂ ਖੁਦ ਰੀਡ ਕਰਨਾ ਹੈ ਇਹ ਮੈਂ ਪਹਿਲੇ ਸਮਝਾ ਰੱਖਿਆ ਹੈ ਪੈਸੇਜ ਜੋ ਬੱਚੇ ਸ਼ੁਰੂ ਤੋਂ ਮੈਨੂੰ ਫੋਲੋ ਕਰ ਰਹੇ ਨੇ ਮੈਂ ਲਾਸਟ ਈਅਰ ਇਹ ਪੈਸੇਜ ਸਮਝਾਇਆ ਹੋਇਆ ਸੀ ਬਿਕੋਜ਼ ਨੈਟ ਦੀ ਪ੍ਰਿਪਰੇਸ਼ਨ ਦੇ ਲਈ ਇਹ ਪੈਸੇਜ ਆਏ ਸਨ so it's quite possible ਉਹਦੇ ਵਿੱਚੋਂ PSC ਵੀ ਤੁਹਾਨੂੰ ਕੋਈ ਪਾ ਦੇ so that's why I have chosen this ਇਹਨੂੰ ਤੁਸੀਂ ਪਹਿਲੇ ਸਮਝਿਆ ਹੋਇਆ ਹੈ now let's jump to the questions what is the one most important virtues of pepsin pepsin ਦੀ ਸਭ ਤੋਂ ਵੱਡੀ ਮਤਲਬ ਕਿ ਇੱਕ ਜੋ ਖਾਸ importance virtue ਹੈ ਉਹ ਕਿਹੜੀ ਹੈ ਆਨਸਰ ਹੈ it can digest 200 times its own weight in protein ठीक है next how it is possible to overcome intestinal irritation intestinal मतलब कि intestine ਦੇ ਵਿੱਚ irritation ਹੁੰਦੀ ਹੈ ਉਹਨੂੰ ਤੁਸੀਂ ਕਿਵੇਂ overcome ਕਰ ਸਕਦੇ ਹੋ papain in raw papaya helps in overcoming intestinal irritation how can throat disorder be cured ਗਲੇ ਦੇ ਵਿੱਚ ਜੋ ਦਿੱਕਤ ਹੁੰਦੀ ਹੈ ਉਹ ਕਿਵੇਂ ਠੀਕ ਕੀਤੀ ਜਾ ਸਕਦੀ ਹੈ the consumption of fresh juice of raw papaya mixed with honey can cure throat disorder why is papaya called a versatile fruit papaya ਨੂੰ versatile fruit ਕਿਉਂ ਕਿਹਾ ਜਾਂਦਾ ਹੈ papaya is called versatile food because it is useful for many problems such as digestion skin diseases tonsils etc last is what is meant by the juice can be used as a cosmetic ਕਿ ਇਹਨੂੰ ਤੁਸੀਂ cosmetic product ਦੀ ਤਰ੍ਹਾਂ ਵੀ use ਕਰ ਸਕਦੇ ਹੋ juice ਨੂੰ this means it can be used to make skin smooth and delicate ਇਹ ਸਾਰੇ ਆਨਸਰਸ ਮੈਂ ਪੈਰਾਗ੍ਰਾਫ ਦੇ ਵਿੱਚੋਂ ਹੀ ਲੱਭੇ ਨੇ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਪੈਰਾਗ੍ਰਾਫ ਨੂੰ ਰੀਡ ਕਰਨਾ ਜਾਂ ਜੋ ਮੇਰੇ ਮੈਂਬਰਸ ਨੇ ਉਹਨਾਂ ਨੂੰ ਇਹ PDF ਕਮਿਊਨਿਟੀ ਸੈਕਸ਼ਨ 'ਚ ਮਿਲ ਜਾਏਗਾ ਡਾਊਨਲੋਡ ਕਰਕੇ ਇਹਨੂੰ ਰੀਡ ਕਰ ਲੈਣਾ so that ਤੁਸੀਂ ਆਨਸਰਸ ਆਪਣੇ ਆਪ ਵੀ ਲੱਭ ਸਕੋ next comes section B my English companion first part answer any two questions and this contains 4 marks ਇਹਦੇ ਵਿੱਚ 4 ਕੁਐਸਚਨਸ ਦਿੱਤੇ ਗਏ ਨੇ ਤੁਸੀਂ ਕੋਈ 2 ਅਟੈਂਪਟ ਕਰਨੇ ਨੇ ਇੱਕ ਕੁਐਸਚਨ 2 ਮਾਰਕਸ ਦਾ ਹੈ that means 2 ਕੁਐਸਚਨ 4 ਮਾਰਕਸ ਦੇ ਨੇ if you ask me I will suggest ਕਿ ਤੁਸੀਂ 2 ਦੀ ਬਜਾਏ 3 ਅਟੈਂਪਟ ਕਰੋ 3 ਕੁਐਸਚਨਸ ਦੇ ਆਨਸਰਸ ਕਰੋ ਫਾਇਦਾ ਕੀ ਹੋਏਗਾ ਜੇ ਬਾਈ ਚਾਂਸ ਕਿਸੇ ਇੱਕ ਕੁਐਸਚਨ ਦੇ ਵਿੱਚ ਕੋਈ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ ਜਾਂ ਕੋਈ ਵੀ ਐਰਰ ਆ ਜਾਂਦਾ ਹੈ ਤੇ ਬਾਕੀ 2 ਠੀਕ ਤਰ੍ਹਾਂ ਲਿਖੇ ਗਏ ਨੇ ਵਿਦਆਊਟ ਮਿਸਟੇਕਸ ਤੁਹਾਨੂੰ ਤੁਹਾਡੇ ਟੀਚਰ ਉਨ 2 ਦੇ ਮਾਰਕਸ ਦੇ ਦੇਣਗੇ ਤੁਹਾਡੇ 4 ਮਾਰਕਸ ਇੱਥੇ ਪੱਕੇ ਹੋ ਜਾਣਗੇ so do follow this advice now let's read question number 1 where is Chandigarh situated what it is known for ਚੈਪਟਰ ਹੈ ਦੀ ਪੰਜਾਬ ਅ ਗਲਿੰਪਸ ਪੁੱਛਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਸ਼ਹਿਰ ਕਿੱਥੇ ਸਥਿਤ ਹੈ ਤੇ ਇਹ ਕਿਸ ਲਈ ਜਾਣਿਆ ਜਾਂਦਾ ਹੈ ਆਨਸਰ ਬਹੁਤ ਈਜ਼ੀ ਹੈ ਚੰਡੀਗੜ੍ਹ ਸ਼ਹਿਰ ਜੋ ਸੀਗਾ ਉਹ ਸ਼ਿਵਾਲਿਕ ਹਿਲਸ ਦੇ ਫੁੱਟਸਟੇਪ ਤੇ ਸਿਚੁਏਟਡ ਹੈ ਤੇ ਇਹਨੂੰ ਰੋਜ਼ ਗਾਰਡਨ ਲਈ ਜਾਣਿਆ ਜਾਂਦਾ ਹੈ ਇਸ ਲਈ ਤੁਸੀਂ ਲਿਖੋਗੇ ਚੰਡੀਗੜ੍ਹ is situated at the foot of Shivalik Hills it is known for its rose garden question number 2 how much money did the boy have ਚੈਪਟਰ is charge for love ਪੁੱਛਿਆ ਜਾ ਰਿਹਾ ਹੈ ਕਿ ਮੁੰਡੇ ਦੇ ਕੋਲ ਇਸ ਚੈਪਟਰ ਦੇ ਵਿੱਚ ਕਿੰਨੇ ਪੈਸੇ ਸਨ ਆਨਸਰ is the boy had 2.37 dollars ਮੁੰਡੇ ਕੋਲ 2.37 dollars ਸਨ ਗਲਤੀ ਨਾਲ ਵੀ ਰੁਪੀਸ ਨਾਲ ਲਿਖ ਦੇਣਾ ਚੈਪਟਰ ਦੇ ਵਿੱਚ ਡਾਲਰ ਵਰਡ ਯੂਜ਼ ਕੀਤਾ ਗਿਆ ਹੈ how did the police counsel Seema and Bhavya chapter is safety while driving ਪੁਲਿਸ ਨੇ ਸੀਮਾ ਤੇ ਭਵਿਆ ਨੂੰ ਕਿਵੇਂ ਕਾਉਂਸਲ ਕੀਤਾ ਕੀ ਸਮਝਾਇਆ ਆਨਸਰ is they advised them not to go for driving until they are 18 ਉਹਨਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ 18 ਸਾਲ ਦੀ ਉਮਰ ਤੋਂ ਪਹਿਲਾਂ ਡਰਾਈਵਿੰਗ ਨਾ ਕਰੋ otherwise they may involve in serious accidents ਨਹੀਂ ਤੇ ਕੀ ਹੋਏਗਾ ਬਹੁਤ ਹੀ ਖਤਰਨਾਕ ਜਾਨਲੇਵਾ ਐਕਸੀਡੈਂਟਸ ਹੋ ਸਕਦੇ ਨੇ
ड्राइविंग फॉर अ माइनर इज इलीगल टू। तो उन्होंने कहा कि जे एक माइनर मतलब 18 साल तो छोटा बच्चा ड्राइव करता है तो वो इलीगल है, ठीक है, गैर कानूनी है। Fourth, name the book that contains detailed stories about Marco's journey। चैप्टर है मार्को पोलो, उस किताब ਦਾ ਨਾਂ ਦੱਸੋ ਜਿਹਦੇ ਵਿੱਚ ਮਾਰਕੋਸ ਦੀ ਜਰਨੀ ਦੇ ਬਾਰੇ ਡਿਟੇਲ ਵਿੱਚ ਲਿਖਿਆ ਗਿਆ ਹੈ। And your answer is the name of the book is The Travels of Marco Polo. Done. Next comes write down the meaning of any two words in Punjabi or Hindi। 2 marks ਦੇ ਨੇ, मतलब दो आंसर करने ने, 2 marks मिलणगे। जे तीन आंदे ने, 4 आंदे ने, गो फॉर ऑल, सारे आंसर करो। कोई मिस्टेक हो जाती, कुछ हो जाते तो 2 मार्क्स जो अच्छी तरह आंसर किए जाएंगे ਉਹਦੇ ਤੇ मिल ही जाएंगे। So let's see, first word is executed, second is intention, third is pedestrians and fourth is inspired। executed मतलब फांसी ਦਿੱਤੀ गई, intention means इरादा, pedestrian means पैदल चलन वाले लोग जो होंगे ने, ਤੇ inspired means प्रेरित। ठीक है, I repeat it again, executed फांसी ਦਿੱਤੀ गई, intention इरादा, pedestrians पैदल चलन वाले, inspired प्रेरित। Now next is true false। Number 1, Le Corbusier was a great Indian architect। ਕਿ ਚੈਪਟਰ ਦੇ ਵਿੱਚ ਜੋ ਲੇ ਕੌਰਬਿਊਜ਼ਰ ਦੇ ਬਾਰੇ ਗੱਲ ਕੀਤੀ ਗਈ ਹੈ ਉਹ ਇੰਡੀਆ ਦਾ ਪ੍ਰਸਿੱਧ ਇੱਕ ਆਰਕੀਟੈਕਚਰ ਸੀ। ਫਾਲਸ, ਇਹ ਗਲਤ ਹੈ। ਸੈਕੰਡ, ਦ ਬॉय ਵਾਸ ਐਨ ਐਥਲੀਟ ਐਂਡ ਨੀਡਡ ਅ ਪੈਟ ਟੂ ਐਕਸਰਸਾਈਜ਼ ਵਿਦ। ਕਿ ਬॉय ਇੱਕ ਐਥਲੀਟ ਸੀਗਾ ਤੇ ਉਹਨੂੰ ਐਕਸਰਸਾਈਜ਼ ਕਰਨ ਲਈ ਇੱਕ ਪੈਟ ਚਾਹੀਦਾ ਸੀ। ਦਿਸ ਇਜ਼ ਆਲਸੋ ਫਾਲਸ। ਆਨਸਰ ਐਨੀ ਵਨ ਕੁਐਸਚਨ ਬੇਸਡ ਔਨ ਪੋਮ। ਹੁਣ ਪੋਮ ਦੇ ਆਧਾਰ ਤੇ 2 ਕੁਐਸਚਨਸ ਪੁੱਛੇ ਗਏ ਨੇ ਜਿਨ੍ਹਾਂ ਵਿੱਚੋਂ ਕੋਈ ਇੱਕ ਆਨਸਰ ਕਰਨਾ ਹੈ। ਅਗੇਨ ਦੋਨੋਂ ਆਨਸਰ ਕਰੋ, ਜੇ ਇੱਕ ਚੰਗੀ ਤਰ੍ਹਾਂ ਆਂਦਾ ਹੈ ਤਾਂ ਇੱਕ ਕਰੋ, ਨਹੀਂ ਤੇ ਦੋਨੋਂ ਕਰ ਦੋ। ਜੋ ਵੀ ਟੀਚਰ ਨੂੰ ਬੈਸਟ ਲੱਗੇਗਾ ਉਹਨੂੰ ਚੈੱਕ ਕਰਕੇ ਉਹ ਆਨਸਰ ਤੁਹਾਨੂੰ ਕੀ ਦੇ ਦੇਣਗੇ, ਮਾਰਕਸ ਦੇ ਦੇਣਗੇ। Who according to the poet will always be lucky ones। ਉਹ ਕਿਹੜੇ ਲੋਕ ਨੇ ਜੋ ਪੋਇਟ ਦੇ ਅਕੋਰਡਿੰਗਲੀ ਹਮੇਸ਼ਾ ਲੱਕੀ ਰਹਿਣਗੇ। ਪੋਮ ਦਾ ਨਾਮ ਹੈ We Who Love Books। According to the poet, those who love books will always be lucky one। ਪੋਇਟ ਦੇ ਅਕੋਰਡਿੰਗਲੀ ਉਹ ਲੋਕ ਜੋ ਕਿਤਾਬਾਂ ਨੂੰ ਪਿਆਰ ਕਰਦੇ ਨੇ ਹਮੇਸ਼ਾ ਲੱਕੀ ਰਹਿਣਗੇ। Question number 2, what kind of weather conditions do the soldiers have to face। ਹੁਣ soldiers ਨੂੰ ਕਿਸ ਤਰ੍ਹਾਂ ਦੇ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਹੈ। The poem name is My Dear Soldiers। Answer is they face windy and snowy weather। ਉਹਨਾਂ ਨੂੰ ਤੂਫਾਨੀ ਤੇ ਬਰਫ਼ਬਾਰੀ ਵਾਲੇ ਵੈਦਰ ਨੂੰ, ਮੌਸਮ ਨੂੰ ਫੇਸ ਕਰਨਾ ਪੈਂਦਾ ਹੈ, ਝੇਲਣਾ ਪੈਂਦਾ ਹੈ, ਬਰਦਾਸ਼ਤ ਕਰਨਾ ਪੈਂਦਾ ਹੈ। Next, make sentences of any two words। किसी 2 वर्ड्स ਦੇ sentences ਬਣਾਓ। ਮੈਂ ਚਾਰਾਂ ਦੇ ਬਣਾਏ ਨੇ। Revise it all। ਤੁਸੀਂ ਚਾਰੋਂ ਰਿਵਾਈਜ਼ ਕਰਨਾ ਇਸ ਵੀਡੀਓ ਦੇ ਵਿੱਚ। Number 1 is dawn। dawn ਸਮਾਂ ਕਿਹੜਾ ਹੁੰਦਾ ਹੈ? ਸਵੇਰ ਹੋਣ ਤੋਂ ਪਹਿਲੇ ਜੋ ਸਮਾਂ ਆਉਂਦਾ ਹੈ ਜਿਹਦੇ ਵਿੱਚ ਹਲਕੀ ਹਲਕੀ ਲਾਈਟ ਆ ਜਾਂਦੀ ਹੈ ਉਹਨੂੰ dawn ਕਹਿੰਦੇ ਨੇ। ਸੈਂਟੈਂਸ ਬਣੇਗਾ He ordered the army to invade at dawn। ਉਹਨੇ ਆਰਮੀ ਨੂੰ ਆਰਡਰ ਕੀਤਾ ਕਿ ਸਵੇਰੇ dawn ਦੇ ਸਮੇਂ 'ਚ ਤੁਸੀਂ ਹਮਲਾ ਕਰ ਦਿਓ, ਇਨਵੇਡ कर दो। Nourish पोषित करना। Sentence Children need plenty of good fresh food to nourish them। ਬੱਚਿਆਂ ਨੂੰ ਬਹੁਤ ਅੱਛੀ ਤਾਦਾਦ 'ਚ ਚੰਗੇ fresh food ਮਿਲਣੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਉਹ ਪੋਸ਼ਿਤ ਹੋ ਸਕਣ, nourish ਹੋ ਸਕਣ। Third, guarding ਸੁਰੱਖਿਆ ਕਰਨਾ। The soldiers are guarding the border। Soldiers border ਨੂੰ guard ਕਰ ਰਹੇ ਨੇ। Marshes he led them away from the marshes। ਉਹ ਉਹਨਾਂ ਨੂੰ marshes ਤੋਂ ਦੂਰ ਲੈ ਗਿਆ। ਹੁਣ ਮਾਰਸ਼ਿਸ ਦਾ ਮੀਨਿੰਗ ਕੀ ਹੁੰਦਾ ਹੈ ਇਹ ਤੁਸੀਂ ਮੈਨੂੰ ਦੱਸੋਗੇ ਕਮੈਂਟ ਸੈਕਸ਼ਨ 'ਚ। ਲੈਟਸ ਸੀ ਕਿੰਨੇ ਬੱਚਿਆਂ ਨੇ ਪ੍ਰਿਪੇਅਰ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਮੀਨਿੰਗ ਪਤਾ ਹੈ। ਹੁਣ ਇੱਥੇ ਇੱਕ ਹੋਰ ਟ੍ਰਿਕ ਦੱਸਦੀ ਹਾਂ, ਮੈਂ ਪਿਛਲੇ ਆਪਣੇ ਮਾਲਟਸ ਪੇਪਰ 'ਚ ਵੀ ਦੱਸੀ ਸੀ ਬਟ ਹੇਅਰ ਆਈ ਰਿਪੀਟ ਇਟ ਅਗੇਨ। ਹੁਣ ਫॉर ਐਗਜ਼ਾਮਪਲ ਤੁਹਾਨੂੰ ਮਾਰਸ਼ਿਸ ਦਾ ਮੀਨਿੰਗ ਨਹੀਂ ਪਤਾ, ਤੁਸੀਂ ਸੈਂਟੈਂਸ ਹੀ ਲਿਖਣਾ ਹੈ ਬਿਕੋਜ਼ ਕਿਹਾ ਤੇ ਗਿਆ ਹੈ ਕਿ ਸੈਂਟੈਂਸ ਲਿਖੋ। ਤੁਸੀਂ ਲਿਖ ਸਕਦੇ ਹੋ ਮਾਈ ਟੀਚਰ ਆਸਕਡ ਮੀ ਟੂ ਮੇਕ ਅ ਸੈਂਟੈਂਸ ਔਨ ਮਾਰਸ਼ਿਸ। ਤੁਸੀਂ ਸੈਂਟੈਂਸ ਬਣਾਤਾ, ਪੁੱਛਿਆ ਤਾਂ ਹੈ ਕਿ ਐਸੇ ਨਾ ਕਿ ਸੈਂਟੈਂਸ ਬਣਾਓ, ਠੀਕ ਹੈ ਨਾ। ਤੁਸੀਂ ਸੈਂਟੈਂਸ ਬਣਾਤਾ ਕਿ ਮਾਈ ਟੀਚਰ ਆਸਕਡ ਮੀ to write a sentence or to make a sentence or to frame a sentence on the word marshes. Next, section B, vocabulary. Fill in the blanks choosing the correct synonyms from the brackets।
ब्रैकेट्स ਦੇ ਵਿੱਚ ਦੋ ਸਿਨੋਨਿਮਸ ਦਿੱਤੇ ਗਏ ਨੇ ਕਿਹੜਾ ਸਿਨੋਨਿਮ ਕਿਹੜੇ ਬ੍ਰੈਕਟ 'ਚ ਆਏਗਾ ਤੁਸੀਂ ਉਹ ਦੱਸਣਾ ਹੈ 1 ਮਾਰਕਸ ਦਾ ਹੈ the dash of our school is a man of dash ਹੁਣ ਸਾਡੇ ਸਕੂਲ ਦੇ ਡੈਸ਼ ਆਪਣੇ ਡੈਸ਼ ਦਾ ਮਤਲਬ ਕਿ ਆਪਣੇ ਪ੍ਰਿੰਸੀਪਲਸ ਤੇ ਖੜੇ ਉਤਰਦੇ ਨੇ ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਹੁਣ ਕਿਹੜੇ ਪ੍ਰਿੰਸੀਪਲ ਸਾਹਿਬ ਨੇ AL ਵਾਲੇ ਪ੍ਰਿੰਸੀਪਲ ਸਾਹਿਬ ਨੇ ਤੇ LES ਵਾਲੇ ਸਿਧਾਂਤਾਂ ਦੀ ਗੱਲ ਹੋ ਰਹੀ ਹੈ the principal of our school is a man of his words ਜਾਂ man of principles ठीक है make sentences of the given idiom 1 marks ਦਾ है all in all sentence बनेगा it rained on our vacation but all in all we had a great time ਸਾਡੇ vacation ਚ ਬਾਰਿਸ਼ ਹੋਈ but ਸਾਡਾ ਮਤਲਬ ਕਿ ਜੇ ਅਸੀਂ all in all ਗੱਲ ਕਰਦੇ ਹਾਂ ਸਾਡਾ throughout ਦਾ ਸਾਡਾ vacation ਰਿਹਾ ਉਹ ਬਹੁਤ ਵਧੀਆ ਰਿਹਾ we had a great time section D is translation grammar and composition translate any two of the following sentences into Punjabi Hindi translate करना है so let's see we had sent for the doctor had है past form है ਅਸੀਂ ਡਾਕਟਰ ਨੂੰ ਬੁਲਾਇਆ ਸੀ why are you making noise R ਲੱਗਿਆ ਹੈ present ਹੈ ਤੁਸੀਂ ਰੋਲਾ ਕਿਉਂ ਪਾ ਰਹੇ ਹੋ question mark the grandmother told a good story ਦਾਦੀ ਨੇ ਚੰਗੀ ਕਹਾਣੀ ਸੁਣਾਈ translate any two of the following sentences into English translation करना है बुढ़े आदमी ने एक घर बनाया the old man built a house ਤੁਸੀਂ ਆਪਣੀਆਂ ਛੁੱਟੀਆਂ ਕਿੱਥੇ ਬਿਤਾਈਆਂ where did you spend your holidays उसने सच नहीं बोलिया he did not speak the truth next is do as directed select the correct verb from the bracket to fill in the blanks ਹੁਣ ਇੱਥੇ ਕਿਹੜਾ verb ਆਏਗਾ ਇਨ ਦੋਨਾਂ ਵਿੱਚੋਂ ਤੁਸੀਂ fill ਕਰਨਾ ਹੈ I dash work at 8 AM every morning ਹੁਣ I ਹੈ ਤੁਹਾਨੂੰ ਪਤਾ ਹੈ ਜੋ subject plural ਹੋਵੇ I ਹੋਵੇ ਜਾਂ you ਹੋਵੇ ਤਾਂ ਤੁਸੀਂ verb ਦੇ ਨਾਲ s ਨਹੀਂ ਲਾਉਂਦੇ ਹੋ that's why ਇੱਥੇ start ਆਏਗਾ starts ਨਹੀਂ ਆਏਗਾ ਜੇ ਇੱਥੇ he she ਹੁੰਦਾ ਜਾਂ singular ਹੁੰਦਾ ਤਾਂ ਅਸੀਂ starts ਲਿਖਦੇ ਜੋ subject plural ਹੁੰਦਾ ਹੈ ਅਸੀਂ verb 'ਚ s ਨਹੀਂ ਲਾਉਂਦੇ ਹਾਂ fill in the blanks with the simple present or present continuous form of the verb given in the bracket ਤੁਸੀਂ ਹੁਣ bracket ਦੇ ਵਿੱਚ ਜੋ verb ਲੱਗਿਆ ਹੈ ਉਹਨੂੰ ਉਸ ਕਿਹੜਾ ਫਾਰਮ ਕਿੱਥੇ ਆਏਗਾ ਸਿੰਪਲ ਪ੍ਰੈਜ਼ੈਂਟ ਕਿੱਥੇ ਆਏਗਾ ਤੇ ਪ੍ਰੈਜ਼ੈਂਟ ਕੰਟੀਨਿਊਅਸ ਕਿੱਥੇ ਆਏਗਾ ਤੁਸੀਂ ਉਹਨੂੰ ਫਿਲ ਕਰਨਾ ਹੈ ਆਪਣੀ ਸਮਝ ਦੇ ਨਾਲ she usually wears a skirt ਹੁਣ she ਹੈ ਸਿੰਗੂਲਰ ਹੈ ਇਸ ਲਈ wears ਆਏਗਾ s ਲੱਗੇਗਾ but today she is wearing trousers ਉਹ ਵੈਸੇ ਤਾਂ ਆਮ ਤੌਰ ਤੇ ਸਕਰਟ ਪਾਉਂਦੀ ਹੈ but ਅੱਜ ਉਹਨੇ trousers ਪਾਏ ਹੋਏ ਹਨ so she usually wears a skirt but today she is wearing a trouser wears is wearing wears हो गया simple present is wearing present continuous form change the voice of the following sentence ਦੀ voice change ਕਰਨੀ ਹੈ ਇਹਦੇ ਵਿੱਚ ਕੀ ਕਰਦੇ ਹਾਂ subject object ਬਣ ਜਾਂਦਾ ਹੈ object subject ਬਣ ਜਾਂਦਾ ਹੈ ਤੇ verb ਆਪਣੀ form ਬਦਲ ਦਿੰਦਾ ਹੈ I can solve this sum ਹੁਣ ਇਹਦੇ ਵਿੱਚ subject ਹੈ I object है this sum पहले आ जाएगा I last आ जाएगा object बन जाएगा तो me लिखा जाएगा because I changes into me this sum could be solved by me ठीक है next comes paragraph या story ਤੁਹਾਨੂੰ choices ਦਿੱਤੇ ਗਏ ਨੇ ਜਾਂ ਤੇ paragraph prepare ਕਰ ਲਓ ਆਪਣੇ ਜਾਂ story prepare ਕਰ ਲਓ ਮਤਲਬ ਕਿ ਜਾਂ ਤਾਂ ਆਪਣੇ ਸਾਰੇ paragraph prepare ਕਰ ਸਕਦੇ ਹੋ stories ਛੱਡ ਦਿਓ ਜਾਂ stories prepare ਕਰ ਲਓ paragraph ਛੱਡ ਦਿਓ I suggest ਕਿ ਤੁਸੀਂ ਸਟੋਰੀ ਪ੍ਰਿਪੇਅਰ ਕਰ ਲਓ ਬਿਕੋਜ਼ ਦੋ ਸਟੋਰੀਜ਼ ਨੇ ਰਾਈਟ ਤੇ ਦੋਨਾਂ ਵਿੱਚੋਂ ਕੋਈ ਇੱਕ ਆਏਗੀ ਤੇ ਤੁਸੀਂ ਈਜ਼ੀਲੀ ਮਤਲਬ ਕਿ ਘੱਟ ਸਟ੍ਰੈਸ ਦੇ ਨਾਲ ਸਟੋਰੀਜ਼ ਪ੍ਰਿਪੇਅਰ ਕਰਕੇ ਪੈਰਾਗ੍ਰਾਫਸ ਨੂੰ ਲੀਵ ਕਰ ਸਕਦੇ ਹੋ ਠੀਕ ਹੈ ਮੈਂ ਦੋਨੋਂ ਹੀ ਕਰਾਵਾਂਗੀ ਐਨ ਇੰਡੀਅਨ ਫਾਰਮਰ ਮੈਂ ਆਲਰੇਡੀ ਐਕਸਪਲੇਨ ਕਰਕੇ ਵੀਡੀਓ ਅਪਲੋਡ ਕਰ ਚੁੱਕੀ ਹਾਂ ਤੁਹਾਨੂੰ ਇਸ ਵਕਤ ਲਿੰਕ ਉੱਪਰ ਸ਼ੋ ਹੋ ਰਿਹਾ ਹੋਵੇਗਾ ਤੁਸੀਂ ਉਸ ਵੀਡੀਓ ਨੂੰ ਵੇਖ ਲੈਣਾ ਫॉर दैट ਤੇ ਜੋ ਤੁਹਾਡਾ ਮਨੀ ਲੈਂਡਰ ਐਂਡ ਹਿਸ ਪਰਸ ਹੈ ਉਹ ਤੁਹਾਨੂੰ ਮੈਂ ਹੁਣ ਐਕਸਪਲੇਨ ਕਰ ਦੇਣੀ ਹੈ so the story is the money lender and his purse ਹੁਣ ਬੱਚਿਓ ਮਨੀ ਲੈਂਡਰ ਕੌਣ ਹੁੰਦਾ ਹੈ ਨਹੀਂ ਪਤਾ ਬਹੁਤ ਈਜ਼ੀ ਹੈ ਮਨੀ ਪੈਸਾ ਲੈਂਡਰ ਲੈਂਡ ਕਰਨ ਵਾਲਾ ਉਧਾਰੇ ਦੇਣ ਵਾਲਾ ਜਾਂ ਤੁਹਾਡੇ ਜਿਹਨੂੰ ਤੁਸੀਂ ਕਹਿੰਦੇ ਹੋ ਕਿਸ਼ਤਾਂ 'ਚ ਪੈਸੇ ਦਿੰਦਾ ਜੋ ਇੰਟਰਸਟ ਲੈ ਕੇ ਪੈਸੇ ਵਾਪਸ ਲੈਂਦਾ ਹੈ ਉਹਨੂੰ ਕਹਿੰਦੇ ਆ ਮਨੀ ਲੈਂਡਰ ਮਨੀ ਉਧਾਰ ਦੇਣ ਵਾਲਾ ਤੇ ਉਹਦਾ ਪਰਸ once a village money lender lost his
ਪਰਸ। ਇੱਕ ਵਾਰ ਇੱਕ ਪਿੰਡ ਦੇ ਮਨੀ ਲੈਂਡਰ ਨੇ ਆਪਣਾ ਉਹਦਾ ਪਰਸ ਗਵਾਚ ਗਿਆ। He announced a reward of 100 rupees to the person who found it and returned it to him। ਹੁਣ ਉਹਨੇ ਕੀ ਕੀਤਾ, ਉਹਨੇ ਇੱਕ ਰਿਵਾਰਡ ਅਨਾਉਂਸ ਕੀਤਾ ਕਿ ਜੋ ਬੰਦਾ ਮੇਰਾ ਪਰਸ ਲੱਭ ਕੇ ਮੈਨੂੰ ਦੇਵੇਗਾ ਮੈਂ ਉਹਨੂੰ 100 ਰੁਪਏ ਇਨਾਮ ਦਵਾਂਗਾ। A poor farmer found it। ਇੱਕ ਗਰੀਬ ਕਿਸਾਨ ਨੂੰ ਉਹ ਪਰਸ ਮਿਲ ਗਿਆ। It contained 1000 rupees। ਹੁਣ ਉਸ ਪਰਸ ਦੇ ਵਿੱਚ ਬੱਚਿਓ 1000 ਰੁਪਏ ਸਨ। 1000 ਰੁਪਏ ਲੱਭ ਕੇ ਦੇਣ ਤੇ 100 ਰੁਪਏ ਇਨਾਮ ਉਹਨੇ ਰੱਖਤਾ। The farmer was poor and needy, but at the same time he was an honest man। ਜੋ ਫਾਰਮਰ ਸੀ, ਕਿਸਾਨ ਸੀ, ਉਹ ਬਹੁਤ ਗਰੀਬ ਸੀ ਤੇ ਬਹੁਤ ਜ਼ਰੂਰਤਮੰਦ ਸੀ, ਬਟ ਸੇਮ ਟਾਈਮ ਤੇ ਉਹ ਬੜਾ ਹੀ ਇਮਾਨਦਾਰ ਇਨਸਾਨ ਸੀ। ਹੁਣ ਤੁਸੀਂ ਖੁਦ ਸੋਚੋ, 1000 ਰੁਪਇਆ ਵਾਪਸ ਦੇ ਕੇ 100 ਰੁਪਇਆ ਮਿਲੇਗਾ, ਕੋਈ ਕਿਸੇ ਵੀ ਬੰਦੇ ਦਾ ਇਮਾਨ ਡੋਲ ਜਾਏਗਾ, ਬਟ ਸਾਡਾ ਜੋ ਕਿਸਾਨ ਹੈ ਉਹ ਬਹੁਤ ਹੀ ਇਮਾਨਦਾਰ ਹੈ। ਉਹਨੇ ਮਤਲਬ ਕਿ ਡਿਸਾਈਡ ਕੀਤਾ ਕਿ ਉਹ ਕੀ ਕਰੇਗਾ, ਇਸ ਪਰਸ ਨੂੰ ਵਾਪਸ ਕਰ ਦੇਗਾ। He went to the money lender and returned the purse to him। ਉਹ ਮਨੀ ਲੈਂਡਰ ਦੇ ਕੋਲ ਗਿਆ ਤੇ ਉਹਨੇ ਉਹਨੂੰ ਦਾ ਪਰਸ ਵਾਪਸ ਕਰਤਾ। The money lender opened the purse and counted the money in it। ਹੁਣ ਉਸ ਮਨੀ ਲੈਂਡਰ ਨੇ ਪਰਸ ਨੂੰ ਖੋਲਿਆ ਤੇ ਉਹਦੇ ਵਿੱਚ ਜੋ ਪੈਸੇ ਸਨ ਉਹਨੇ ਉਹ ਕਾਊਂਟ ਕੀਤੇ, ਗਿਣੇ। It was 1000 rupees। ਤੇ ਉਹਦੇ ਵਿੱਚ 1000 ਰੁਪਏ ਸਨ। Then he said to the farmer। ਫਿਰ ਉਹਨੇ ਫਾਰਮਰ ਨੂੰ ਕਿਹਾ, ਕਿਸਾਨ ਨੂੰ ਕਿਹਾ, You are a smart fellow। ਕਿ ਤੂੰ ਬੜਾ ਹੀ ਇੱਕ ਸਮਾਰਟ ਬੰਦਾ ਹੈ। You have taken your reward beforehand। ਕਿ ਤੂੰ ਪਹਿਲੇ ਹੀ ਆਪਣਾ ਇਨਾਮ ਲੈ ਲਿਆ। Then he said to the farmer angrily asked, What do you mean? ਫਾਰਮਰ ਨੇ ਗੁੱਸੇ 'ਚ ਪੁੱਛਿਆ ਕਿ ਤੇਰਾ ਕੀ ਮਤਲਬ ਹੈ ਭਾਈ। The money lender said, I mean what I say। ਕਿ ਮੈਂ ਉਹੀ, ਮੇਰਾ ਮਤਲਬ ਉਹੀ ਹੈ ਜੋ ਮੈਂ ਕਿਹਾ ਹੈ। ਮਤਲਬ ਕਿ ਉਹ indirectly ਉਹ ਇਲਜ਼ਾਮ ਲਾ ਰਿਹਾ ਹੈ ਕਿ ਤੂੰ ਪਹਿਲੇ ਆਪਣੇ ਪੈਸੇ ਕੱਢ ਚੁੱਕਿਆ ਹੈ ਇਹਦੇ ਵਿੱਚੋਂ। The purse contained 1100 rupees। ਮਨੀ ਲੈਂਡਰ ਕਹਿੰਦਾ ਹੈ ਕਿ ਮੇਰੇ ਪਰਸ ਦੇ ਵਿੱਚ ਤੇ 1100 ਰੁਪਏ ਸਨ, but now there are 1000 rupees in it। ਤੇ ਹੁਣ ਤੇ ਸਿਰਫ 1000 ਰੁਪਏ ਨੇ। This means that you have already taken the reward money from the purse। ਇਹਦਾ ਮਤਲਬ ਇਹ ਹੈ ਕਿ ਤੂੰ ਪਹਿਲੇ ਹੀ ਆਪਣਾ ਜੋ ਪੁਰਸਕਾਰ ਤੇ ਪੈਸਾ ਸੀਗਾ ਉਹ ਵਿੱਚੋਂ ਕੱਢ ਲਿਆ ਹੈ। The farmer said, I have not taken any money from the purse। ਫਾਰਮਰ ਕਹਿੰਦਾ ਹੈ ਕਿ ਮੈਂ ਕੋਈ ਵੀ ਪੈਸਾ ਪਰਸ ਦੇ ਵਿੱਚੋਂ ਨਹੀਂ ਲਿਆ ਹੈ। Let us go to the ਸਰਪੰਚ and settle this matter। ਅਸੀਂ ਸਰਪੰਚ ਕੋ ਜਾਂਦੇ ਹਾਂ ਤੇ ਇਸ ਮੈਟਰ ਨੂੰ ਸੈਟਲ ਕਰਦੇ ਹਾਂ। So they went to the ਸਰਪੰਚ। ਇਸ ਲਈ ਉਹ ਸਰਪੰਚ ਕੋਲ ਗਏ। The ਸਰਪੰਚ heard both the parties। ਸਰਪੰਚ ਨੇ ਦੋਨੋਂ ਪਾਰਟੀਆਂ ਨੂੰ ਸੁਣਿਆ, ਦੋਨੋਂ ਤਰ੍ਹਾਂ ਨੂੰ ਸੁਣਿਆ। He felt sure that the money lender was dishonest। ਮਤਲਬ ਕਿ ਸਰਪੰਚ ਨੂੰ ਸ਼ੋਰ ਸੀਗਾ ਕਿ ਮਨੀ ਲੈਂਡਰ ਹੀ ਡਿਸਓਨੈਸਟ ਹੋ ਰਿਹਾ ਹੈ, ਕਿਉਂਕਿ ਤਾਂ ਤੁਸੀਂ ਵੀ ਇਹ ਚੀਜ਼ ਨੂੰ ਸਮਝ ਸਕਦੇ ਹੋ ਬੱਚਿਓ ਕਿ ਇੱਕ ਬੰਦਾ ਜੋ 1000 ਰੁਪਏ ਵਾਪਸ ਕਰਨ ਆ ਰਿਹਾ ਹੈ ਉਹ 100 ਰੁਪਏ ਵਿੱਚੋਂ ਕਿਉਂ ਕੱਟ ਲਏਗਾ। ਉਹ ਤੇ ਸਾਰਾ ਪੈਸਾ ਲੈ ਲਏਗਾ, ਉਹ ਵਾਪਸ ਹੀ ਨਹੀਂ ਕਰੇਗਾ, ਰਾਈਟ। ਸੋ ਸਰਪੰਚ ਨੂੰ ਵੀ ਇਹ ਗੱਲ ਸਮਝ ਲੱਗ ਗਈ ਸੀ। He asked the money lender, Are you sure that your purse contained 1100 rupees? ਫਿਰ ਵੀ ਉਹਨੇ ਮਨੀ ਲੈਂਡਰ ਨੂੰ ਪੁੱਛਿਆ ਕਿ ਕੀ ਤੂੰ ਸ਼ੋਰ ਹੈ ਕਿ ਤੇਰੇ ਪਰਸ ਦੇ ਵਿੱਚ 1100 ਰੁਪਏ ਸਨ। The money lender said, Yes sir। ਮਨੀ ਲੈਂਡਰ ਨੇ ਕਿਹਾ, ਹਾਂਜੀ ਸਰ ਜੀ, ਮੈਂ ਸ਼ੋਰ ਹਾਂ। And the ਸਰਪੰਚ gave away the purse to the farmer। ਤੇ as usual ਜੋ ਹੋਣਾ ਚਾਹੀਦਾ ਸੀ, ਸਰਪੰਚ ਨੇ ਜੋ ਪਰਸ ਹੈ ਉਹ ਫਾਰਮਰ ਨੂੰ ਦੇ ਦਿੱਤਾ। Moral ਹੈ, A wrongdoer has to pay a heavy price for his wrong act। ਇੱਕ ਬੰਦਾ ਜੋ ਗਲਤ ਕੰਮ ਕਰਦਾ ਹੈ ਉਹਨੂੰ ਆਪਣੇ ਗਲਤ ਕੰਮ ਲਈ ਕਾਫੀ ਵੱਡਾ ਨੁਕਸਾਨ ਚੁਕਾਣਾ ਪੈਂਦਾ ਹੈ, ਹੈਵੀ ਪ੍ਰਾਈਸ ਉਹਨੂੰ ਦੇਣਾ ਪੈਂਦਾ ਹੈ। ਨੈਕਸਟ ਇਜ਼ ਲੈਟਰ ਰਾਈਟਿੰਗ। ਦੋ ਲੈਟਰਸ ਨੇ। ਮੈਂ ਤੁਹਾਡੇ ਸਿਲੇਬਸ ਦੀ ਸਾਰੀਆਂ ਲੈਟਰਸ ਇੱਕ ਵੀਡੀਓ ਦੇ ਵਿੱਚ ਸਮਝਾ ਕੇ ਅਪਲੋਡ ਕਰ ਚੁੱਕੀ ਹਾਂ। ਲਿੰਕ ਤੁਹਾਨੂੰ ਇਸ ਵਕਤ ਵੀਡੀਓ ਦੇ ਉੱਪਰ ਮਿਲ ਜਾਏਗਾ, ਉਹਨੂੰ ਵੇਖ ਕੇ ਉਹਦੇ ਵਿੱਚ ਸਾਰੇ ਲੈਟਰਸ ਤੁਸੀਂ ਰਿਵਾਈਜ਼ ਕਰ ਲੈਣਾ। ਨੈਕਸਟ ਕਮਸ ਪਾਰਟ ਸੀ। ਆਪਸ਼ਨਸ ਨੇ, ਜਾਂ ਤੁਸੀਂ ਨਿਊਜ਼ਪੇਪਰ ਹੈਡਲਾਈਨਸ ਐਕਸਪਲੇਨ ਕਰ ਦਿਓ ਜਾਂ ਤੁਸੀਂ ਡਾਇਲੌਗ ਰਾਈਟਿੰਗ ਕਰ ਲਓ। ਜੇ ਤੁਸੀਂ ਮੈਨੂੰ ਪੁੱਛਦੇ ਹੋ ਡਾਇਲੌਗ ਰਾਈਟਿੰਗ ਈਜ਼ੀ ਰਹੇਗੀ, ਬਿਕੋਜ਼ ਇਹਦੇ ਵਿੱਚ ਜਾਂ ਤੁਸੀਂ ਇਨਵਾਈਟ ਕਰਨਾ ਹੈ ਜਾਂ ਤੁਸੀਂ ਇਨਵੀਟੇਸ਼ਨ ਡਿਕਲਾਈਨ ਕਰਨਾ ਹੈ। ਬਹੁਤ ਈਜ਼ੀ ਰਹੇਗਾ ਤੁਹਾਡੇ ਲਈ ਇਸ ਚੀਜ਼ ਨੂੰ ਲਰਨ ਕਰਨਾ। ਅੱਜ ਦੀ ਵੀਡੀਓ ਵਿੱਚ ਮੈਂ ਦੋਨੋਂ ਐਕਸਪਲੇਨ ਕਰ ਦਾਂਗੀ। ਇਟਸ ਅਪ ਟੂ ਯੂ, ਤੁਸੀਂ ਕਿਹੜੀ ਚੀਜ਼ ਰਿਵਾਈਜ਼ ਕਰਨਾ ਚਾਹੁੰਦੇ ਹੋ। ਹੈਡਲਾਈਨਸ ਹੈਗੀਆਂ ਨੇ ਨਿਊਜ਼ਪੇਪਰ ਦੀਆਂ ਦੋ, ਇਹਨੂੰ ਐਕਸਪਲੇਨ ਕਰਨਾ ਹੈ। First ਹੈ people educated on road safety। Second is 14-year-old claims to have cured COVID। ਇਹਦੇ ਆਨਸਰਸ ਮੈਂ ਥੱਲੇ ਲਿਖੇ ਹੋਏ ਨੇ। ਫਸਟ ਦਾ ਬਣੇਗਾ yesterday a safety camp was organized by government in which people were educated about safety rules that they should follow on road। And second is a lad of 14 years infected by COVID last week claims to have fully cured। Next है
ਤੁਹਾਨੂੰ ਕੀ ਕਰਨਾ ਹੈ, ਰਾਈਟ ਅ ਡਾਇਲੌਗ ਬਿਟਵੀਨ ਯੋਰ ਫਰੈਂਡ ਐਂਡ ਯੂ। ਤੁਹਾਡੇ ਫਰੈਂਡ ਦੇ ਵਿੱਚ ਡਾਇਲੌਗ ਲਿਖਿਆ ਜਾਵੇਗਾ ਇਨ ਵਿਚ ਯੂ ਡਿਕਲਾਈਨ ਯੋਰ ਫਰੈਂਡਸ ਡਿਨਰ ਇਨਵੀਟੇਸ਼ਨ। ਤੁਸੀਂ ਆਪਣੇ ਫਰੈਂਡ ਦੇ ਡਿਨਰ ਇਨਵੀਟੇਸ਼ਨ ਨੂੰ ਮਨਾ ਕਰਨਾ ਹੈ। ਤੁਸੀਂ ਪੋਸਟਰ ਦੀ ਹੈਲਪ ਲੈ ਕੇ ਇਹਨੂੰ ਲਿਖ ਸਕਦੇ ਹੋ। ਹੁਣ ਮੈਂ ਫਰੈਂਡ ਦਾ ਨਾਮ ਲਿਖਤਾ ਹੈ ਰੋਹਿਤ, ਮੀ ਦੀ ਜਗ੍ਹਾ ਤੁਸੀਂ ਆਪਣਾ ਨਾਮ ਲਿਖੋਗੇ, ਠੀਕ ਹੈ। ਇੱਥੇ ਜੋ ਡੈਸ਼ ਹੈਗਾ ਇੱਥੇ ਤੁਸੀਂ ਆਪਣਾ ਨਾਮ ਲਿਖੋਗੇ, ਬਿਕੋਜ਼ ਰੋਹਿਤ ਤੁਹਾਨੂੰ ਹਾਈ ਕਹੇਗਾ। ਹਾਈ ਡੈਸ਼ ਤੁਸੀਂ ਆਪਣਾ ਨਾਮ ਪਾਓ, ਮੈਂ ਲਿਖ ਦਿੰਦੀ ਹਾਂ ਆਪਣਾ ਸੁਖਸ਼ਮ। ਹਾਈ ਸੁਖਸ਼ਮ, ਨਾਈਸ ਟੂ ਸੀ ਯੂ ਆਫਟਰ ਅ ਲੌਂਗ ਟਾਈਮ। ਕਿ ਹੈਲੋ ਸੁਖਸ਼ਮ, ਤੈਨੂੰ ਇੰਨੇ ਸਮੇਂ ਬਾਅਦ ਵੇਖ ਕੇ ਬਹੁਤ ਚੰਗਾ ਲੱਗਾ। ਮੀ ਮਤਲਬ ਸੁਖਸ਼ਮ ਕਹੇਗੀ, Oh, hi Rohit. Yes, you are absolutely right. It's been a quite long. ਹੁਣ ਮੈਂ ਕਹਾਂਗੀ hi Rohit, ਤੂੰ ਬਿਲਕੁਲ ਸਹੀ ਕਿਹਾ, ਕਾਫੀ ਸਮਾਂ ਹੋ ਗਿਆ ਹੈ। ਰੋਹਿਤ ਕਹੇਗਾ last we met on Rishi's birthday party. What a crazy night it was. ਕਿ ਲਾਸਟ ਅਸੀਂ ਮਿਲੇ ਸੀ ਰਿਸ਼ੀ ਦੇ ਬਰਥਡੇ ਪਾਰਟੀ ਤੇ ਕਿੰਨੀ ਕ੍ਰੇਜ਼ੀ ਰਾਤ ਸੀ ਉਹ। ਮੈਂ ਬੋਲਾਂਗੀ yes it was fun, ਕਿ ਹਾਂ ਬਹੁਤ ਮਜ਼ਾ ਆਇਆ ਸੀ। ਰੋਹਿਤ ਕਹੇਗਾ hey, how about coming over for dinner tonight? We can even work on our science project after that. ਕਹੇਗਾ ਕਿਉਂ ਨਾ ਤੂੰ ਅੱਜ ਮੇਰੇ ਘਰ ਡਿਨਰ ਤੇ ਆ ਜਾਏ, ਅਸੀਂ ਉਸ ਤੋਂ ਬਾਅਦ ਆਪਣੇ ਸਾਇੰਸ ਪ੍ਰੋਜੈਕਟ ਤੇ ਵੀ ਕੰਮ ਕਰ ਲਾਂਗੇ। ਹੁਣ ਮੈਂ ਡਿਕਲਾਈਨ ਕਰਨਾ ਹੈ, ਸੋ ਆਈ'll say that sounds great but I'm afraid I won't be able to come as my mother is not well. ਹੁਣ ਤੁਸੀਂ ਕੋਈ ਬਹਾਨਾ ਤੇ ਲਾਓਗੇ ਨਾ, ਤੁਸੀਂ ਲਿਖੋਗੇ ਪਹਿਲੇ ਉਹਨੂੰ ਕਹੋਗੇ ਬਹੁਤ ਚੰਗਾ ਸਾਊਂਡ ਕਰ ਰਿਹਾ ਹੈ ਬਟ ਮੈਂ ਥੋੜਾ ਮਤਲਬ ਕਿ ਨਹੀਂ ਕਰ ਸਕਦੀ ਬਿਕੋਜ਼ ਮੇਰੀ ਮਦਰ ਬਿਮਾਰ ਹੈ, ਮੈਨੂੰ ਉਹਨਾਂ ਦਾ ਧਿਆਨ ਰੱਖਣਾ ਹੈ। I need to take care of her. ਇੱਥੇ ਟਾਈਪਿੰਗ ਐਰਰ ਆਇਆ ਹੈ, you need to write off over here. I need to take care of her. I promise I will plan to visit next week. ਤਾਂ ਅੱਗੇ ਇਹ ਵੀ ਕਹਿ ਦੇਣਾ ਕਿ ਮੈਂ ਪ੍ਰੋਮਿਸ ਕਰਦੀ ਹਾਂ ਕਿ ਮੈਂ ਨੈਕਸਟ ਵੀਕ ਤੈਨੂੰ ਵਿਜ਼ਿਟ ਕਰਾਂਗੀ। ਰੋਹਿਤ ਕਹੇਗਾ don't be sorry, just take good care of auntie, she needs you more, pass my best wishes to her. ਕਿ ਸੌਰੀ ਨਾ ਕਹਿ, ਆਪਣੀ ਮਤਲਬ ਕਿ ਆਂਟੀ ਦਾ ਧਿਆਨ ਰੱਖ, ਉਹਨਾਂ ਨੂੰ ਤੇਰੀ ਜ਼ਿਆਦਾ ਲੋੜ ਹੈ ਤੇ ਮੇਰੀ ਬੈਸਟ ਵਿਸ਼ੇਸ ਉਹਨਾਂ ਨੂੰ ਪਾਸ ਕਰ ਦਿਓ। ਮੈਂ ਬੋਲਾਂਗੀ ਥੈਂਕਸ ਫॉर ਅੰਡਰਸਟੈਂਡਿੰਗ, ਬਾਏ, ਟੇਕ ਕੇਅਰ। ਐਂਡ ਵਿਦ ਦਿਸ ਸੁਖਸ਼ਮ ਮੈਮ ਦਾ ਪੂਰਾ ਗੈਸਟ ਪੇਪਰ ਪੂਰੀ ਚੰਗੀ ਤਰ੍ਹਾਂ ਸੀ ਸਮਝ ਕੇ ਸੋਲਵ ਕਰ ਲਿਆ ਹੈ। ਆਈ ਐਮ ਸ਼ੋਰ ਕਈ ਬੱਚਿਆਂ ਨੂੰ ਤਾਂ ਮੇਰੇ ਆਨਸਰਸ ਦੇਣ ਤੋਂ ਪਹਿਲੇ ਹੀ ਆਨਸਰਸ ਆਉਂਦੇ ਹੋਣਗੇ। ਕਿੰਨਾਂ ਨੂੰ ਗੈਸਟ ਪੇਪਰ ਦੇ ਆਨਸਰਸ ਪਹਿਲੇ ਹੀ ਪਤਾ ਸਨ, ਉਹ ਕਮੈਂਟ ਸੈਕਸ਼ਨ 'ਚ ਮੈਨੂੰ ਦੱਸਣਾ। ਐਂਡ ਵੇਟ ਫॉर ਮਾਈ ਨੈਕਸਟ ਗੈਸਟ ਪੇਪਰ। ਮੈਂ ਬਹੁਤ ਜਲਦ ਸੈਕਿੰਡ ਗੈਸਟ ਪੇਪਰ ਵੀ ਅਪਲੋਡ ਕਰ ਦਾਂਗੀ। ਹੈਵ ਅ ਵੈਰੀ ਨਾਈਸ ਡੇ, ਗੁੱਡ ਬਾਏ, ਟੇਕ ਕੇਅਰ।